ਸਵਾਗਤ ਹੈ ਤੁਹਾਡਾ 2 ਮਾਰਕਸ ਦੇ ਕੁਐਸਚਨ ਆਨਸਰ ਸੀਰੀਜ਼ ਦੇ ਵਿੱਚ। ਇਹ 2 ਮਾਰਕਸ ਦੇ ਕੁਐਸਚਨ ਆਨਸਰ ਸੀਰੀਜ਼ ਦਾ ਪਹਿਲਾ ਵੀਡੀਓ ਹੈ ਅਤੇ ਚੈਪਟਰ ਵੀ ਪਹਿਲਾ ਹੈ ਰਾਜਨੀਤਿਕ ਪ੍ਰਣਾਲੀ। ਅਤੇ ਆਓ ਕੁਛ ਮੁੱਖ ਕੁਐਸਚਨਸ ਆਨਸਰ ਕਰੀਏ 2 ਨੰਬਰ ਦੇ ਲਈ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਰਾਜਨੀਤਿਕ ਸ਼ਬਦ ਦਾ ਕੀ ਅਰਥ ਹੈ? ਉੱਤਰ ਹੈ, ਰਾਜਨੀਤਿਕ ਸ਼ਬਦ ਦਾ ਅਰਥ ਸਰਕਾਰ ਨਾਲ ਸੰਬੰਧਿਤ ਹੈ ਜਾਂ ਰਾਜਨੀਤੀ ਨਾਲ ਸੰਬੰਧਿਤ ਹੈ। ਰਾਜਨੀਤਿਕ ਸ਼ਬਦ ਮੁੱਖ ਰੂਪ ਵਿੱਚ ਸ਼ਕਤੀ, ਪ੍ਰਭਾਵ, ਕੰਟਰੋਲ ਅਤੇ ਸੱਤਾ, ਕਾਨੂੰਨ ਅਤੇ ਸਰੀਰਕ ਜਬਰੀ ਸ਼ਕਤੀ ਦੀ ਵਰਤੋਂ ਜਾਂ ਧਮਕੀ ਨਾਲ ਸੰਬੰਧਿਤ ਹੈ। ਅਤੇ ਇਸ ਤਰੀਕੇ ਨਾਲ ਰਾਜਨੀਤਿਕ ਸ਼ਬਦ ਉਹ ਹੈ ਜਿਸ ਦੇ ਵਿੱਚ ਸ਼ਕਤੀ, ਸੱਤਾ, ਸਾਧਨ ਸ਼ਾਮਿਲ ਹੈ। ਅਤੇ ਇਹ ਇੰਨੇ ਸ਼ਬਦਾਂ ਦੇ ਵਿੱਚ ਇਸ ਦਾ ਆਨਸਰ ਦੇ ਦਿੱਤਾ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ? ਅਤੇ ਪ੍ਰਣਾਲੀ ਇੱਕ ਅਜਿਹੀ ਇਕਾਈ ਹੁੰਦੀ ਹੈ ਜੋ ਕਈ ਭਾਗਾਂ ਜਾਂ ਅੰਗਾਂ ਤੋਂ ਮਿਲ ਕੇ ਬਣਦੀ ਹੈ ਅਤੇ ਇਹ ਭਾਗ ਇੱਕ ਦੂਜੇ 'ਤੇ ਨਿਰਭਰ ਹੁੰਦੇ ਹਨ ਅਤੇ ਇਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਅਤੇ ਪ੍ਰਣਾਲੀ 'ਤੇ ਕਿਸੇ ਇੱਕ ਅੰਗ ਵਿੱਚ ਹੋਏ ਪਰਿਵਰਤਨ ਦਾ ਸਮੁੱਚੀ ਪ੍ਰਣਾਲੀ 'ਤੇ ਅਸਰ ਪੈਂਦਾ ਹੈ। ਇਸ ਦੇ ਵਿੱਚ ਜੋ ਮੁੱਖ ਗੱਲ ਕਹੀ ਗਈ ਹੈ ਉਹ ਹੈ ਕਿ ਪ੍ਰਣਾਲੀ ਇੱਕ ਇਕਾਈ ਹੈ ਜੋ ਅਨੇਕ ਭਾਗਾਂ ਤੋਂ ਬਣੀ ਹੈ ਅਤੇ ਇਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹੈ ਅਤੇ ਕੋਈ ਵੀ ਪਰਿਵਰਤਨ ਇੱਕ ਭਾਗ ਦੇ ਵਿੱਚ ਪੂਰੇ ਪ੍ਰਣਾਲੀ 'ਤੇ ਅਸਰ ਪਾਉਂਦਾ ਹੈ। ਅਗਲੇ ਪ੍ਰਸ਼ਨ 'ਤੇ ਚਲਦੇ ਹਾਂ। ਕਾਨੂੰਨੀ ਸਰੀਰਕ ਜਬਰ ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ? ਅਤੇ ਕਾਨੂੰਨੀ ਸਰੀਰਕ ਜਬਰ ਸ਼ਕਤੀ ਕੇਵਲ ਰਾਜਨੀਤਿਕ ਪ੍ਰਣਾਲੀ ਕੋਲ ਹੁੰਦੀ ਹੈ ਅਤੇ ਇਹ ਸ਼ਕਤੀ ਰਾਜਨੀਤਿਕ ਪ੍ਰਣਾਲੀ ਨੂੰ ਸਰਵਉੱਚ ਅਤੇ ਪ੍ਰਭੁਤਾ ਸੰਪੰਨ ਬਣਾਉਂਦੀ ਹੈ। ਇਸੇ ਸ਼ਕਤੀ ਦੁਆਰਾ ਰਾਜਨੀਤਿਕ ਪ੍ਰਣਾਲੀ ਆਪਣੇ ਨਿਰਣਿਆਂ ਨੂੰ ਲਾਗੂ ਕਰਕੇ ਸਮਾਜ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇ ਰਾਜ ਦੀਆਂ ਸ਼ਕਤੀਆਂ ਨੂੰ ਕਾਨੂੰਨੀ ਸ਼ਕਤੀ ਤੋਂ ਭਾਵ ਜਬਰੀ ਸ਼ਕਤੀ ਤੋਂ ਭਾਵ ਹੈ ਕਿ ਕਿਸ ਤਰੀਕੇ ਨਾਲ ਸਿਰਫ ਰਾਜ ਕੋਲ ਹੀ ਇਹ ਸ਼ਕਤੀ ਹੁੰਦੀ ਹੈ ਜਿਸ ਦਾ ਇਸਤੇਮਾਲ ਕਰਕੇ ਰਾਜ ਸਾਰੇ ਕਾਨੂੰਨਾਂ ਨੂੰ ਲਾਗੂ ਕਰਦਾ ਹੈ ਅਤੇ ਕਾਨੂੰਨਾਂ ਨੂੰ ਪਾਲਣ ਨਾ ਕਰਨ ਵਾਲੇ ਨੂੰ ਦੰਡ ਦੇ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਹਿੱਤ ਸਮੂਹੀਕਰਨ ਕੀ ਹੁੰਦਾ ਹੈ? ਹਿੱਤ ਸਮੂਹੀਕਰਨ ਤੋਂ ਭਾਵ ਹਿੱਤਾਂ ਜਾਂ ਮੰਗਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਵਿੱਚ ਤਾਲਮੇਲ ਕਾਇਮ ਕੀਤੀ ਜਾਂਦੀ ਹੈ। ਹਿੱਤਾਂ ਦਾ ਇਕੱਠਾ ਕਰਨਾ ਹਿੱਤ ਸਮੂਹੀਕਰਨ ਕਹਿਲਾਉਂਦਾ ਹੈ। ਰਾਜਨੀਤਿਕ ਪ੍ਰਣਾਲੀ ਦੇ ਵਿੱਚ ਜਿਹੜੇ ਵੱਖ-ਵੱਖ ਇਹਦੇ ਅੰਗ ਹੈਗੇ ਔਰ ਜਿੰਨੇ ਵੀ ਲੋਕ ਹੈਗੇ ਸਾਰੇ ਦੇ ਕੁਛ ਨਾ ਕੁਛ ਹਿੱਤ ਹੁੰਦੇ ਨੇ, ਉਹਨਾਂ ਨੂੰ ਇਕੱਤਰ ਕਰਨ ਨੂੰ, ਇਕੱਠੇ ਕਰਨ ਨੂੰ ਹਿੱਤ ਸਮੂਹੀਕਰਨ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਰਾਜਨੀਤਿਕ ਪ੍ਰਣਾਲੀ ਦੇ ਨਿਕਾਸ ਕਾਰਜਾਂ ਬਾਰੇ ਲਿਖੋ। ਅਤੇ ਉੱਤਰ ਹੈ, ਨਿਵੇਸ਼ ਮੰਗਾਂ ਅਤੇ ਨਿਵੇਸ਼ ਸਮਰਥਨਾਂ ਦੇ ਆਧਾਰ 'ਤੇ ਰਾਜਨੀਤਿਕ ਪ੍ਰਣਾਲੀ ਦੁਆਰਾ ਲਏ ਗਏ ਫੈਸਲੇ, ਬਣਾਏ ਗਏ ਕਾਨੂੰਨ ਅਤੇ ਨੀਤੀਆਂ ਆਦਿ ਨੂੰ ਨਿਕਾਸ ਕਾਰਜ ਕਿਹਾ ਜਾਂਦਾ ਹੈ। ਅਤੇ ਨਿਕਾਸ ਕਾਰਜ ਨੀਤੀ ਨਿਰਮਾਣ, ਨੀਤੀ ਲਾਗੂ ਕਰਨਾ, ਨੀਤੀ ਹਿਸਾਬ ਨਾਲ ਨਿਆਂ ਦੇਣਾ ਹੁੰਦਾ ਹੈ। ਅੱਗੇ ਹੈ, ਨਿਵੇਸ਼ ਸਮਰਥਨ ਤੋਂ ਤੁਹਾਡਾ ਕੀ ਭਾਵ ਹੈ? ਨਿਵੇਸ਼ ਸਮਰਥਨ ਦਾ ਮਤਲਬ ਹੈ ਲੋਕਾਂ ਦੁਆਰਾ ਰਾਜਨੀਤਿਕ ਪ੍ਰਣਾਲੀ ਨੂੰ ਵੱਖ-ਵੱਖ ਰੂਪਾਂ ਵਿੱਚ ਦਿੱਤਾ ਗਿਆ ਸਮਰਥਨ ਹੁੰਦਾ ਹੈ, ਜਿਸ ਤੋਂ ਰਾਜਨੀਤਿਕ ਪ੍ਰਣਾਲੀ ਨੂੰ ਨਿਵੇਸ਼ ਮੰਗਾਂ ਨੂੰ ਨਿਕਾਸਾਂ ਵਿੱਚ ਬਦਲਣ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਅਤੇ ਇਹ ਨਿਵੇਸ਼ ਸਮਰਥਨ ਜਿਹੜਾ ਹੈ ਇਹ ਟੈਕਸ ਦੇਣ ਦੇ ਰੂਪ ਵਿੱਚ ਵੀ ਹੋ ਸਕਦਾ ਹੈ ਅਤੇ ਕਾਨੂੰਨ ਦੀ ਪਾਲਣਾ ਕਰਨ ਦੇ ਵਿੱਚ ਵੀ ਹੋ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਰਾਜਨੀਤਿਕ ਪ੍ਰਣਾਲੀ ਦੀ ਪਰਿਵਰਤਨ ਪ੍ਰਕਿਰਿਆ ਦਾ ਕੀ ਅਰਥ ਹੈ? ਪਰਿਵਰਤਨ ਪ੍ਰਕਿਰਿਆ, ਕਨਵਰਜਨ ਪ੍ਰੋਸੈਸ ਇਸਨੂੰ ਇੰਗਲਿਸ਼ 'ਚ ਕਿਹਾ ਜਾਂਦਾ ਹੈ। ਰਾਜਨੀਤਿਕ ਪ੍ਰਣਾਲੀ ਵਿੱਚ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣ ਅਤੇ ਨਿਕਾਸਾਂ ਨੂੰ ਅੱਗੇ ਨਿਵੇਸ਼ਾਂ ਵਿੱਚ ਬਦਲਣ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਇਸੇ ਰਾਜਨੀਤਿਕ ਪ੍ਰਣਾਲੀ ਦਾ ਪਰਿਵਰਤਨ ਪ੍ਰਕਿਰਿਆ ਕਿਹਾ ਜਾਂਦਾ ਹੈ। ਜਦੋਂ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਨਿਵੇਸ਼ ਮਿਲਦਾ ਹੈ ਰਾਜਨੀਤਿਕ ਪ੍ਰਣਾਲੀ ਨੂੰ, ਅਤੇ ਰਾਜਨੀਤਿਕ ਪ੍ਰਣਾਲੀ ਉਸ ਨਿਵੇਸ਼ਾਂ ਨੂੰ, ਸਾਰੇ ਨਿਵੇਸ਼ਾਂ ਨੂੰ ਮਿਲ ਕੇ ਇੱਕ ਪ੍ਰੋਸੈਸ ਕਰਦੀ ਹੈ ਔਰ ਉਸ ਪ੍ਰੋਸੈਸ
ਪ੍ਰਕਿਰਿਆ ਨੂੰ ਹੀ ਕਨਵਰਜਨ ਪ੍ਰੋਸੈਸ ਜਾਂ ਪਰਿਵਰਤਨ ਪ੍ਰਕਿਰਿਆ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਜੋ ਕੁਛ ਵੀ ਪ੍ਰੋਸੈਸ ਹੋ ਕੇ ਨਿਕਲਦਾ ਉਹ ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਹੁੰਦਾ ਹੈ। ਤੇ ਹੋਪਫੁਲੀ ਇਹ ਕੁਐਸਚਨ ਵੀ ਕਲੀਅਰ ਹੈ ਤੁਹਾਨੂੰ। ਅੱਗੇ ਹੈ ਆਲਮੰਡ ਅਤੇ ਪਾਵਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਦਾ ਕੋਈ ਇੱਕ ਸਧਾਰਨ ਕੰਮ ਦੱਸੋ। ਤੇ ਰਾਜਨੀਤਿਕ ਸਮਾਜੀਕਰਨ ਅਤੇ ਭਰਤੀ ਰਾਜਨੀਤਿਕ ਪ੍ਰਣਾਲੀ ਦਾ ਕੰਮ ਹੈ। ਇਸ ਰਾਹੀਂ ਰਾਜਨੀਤਿਕ ਸੱਭਿਆਚਾਰ ਕਾਇਮ ਰੱਖੇ ਜਾਂਦੇ ਅਤੇ ਬਦਲੇ ਜਾਂਦੇ ਹਨ। ਅਗਲਾ ਪ੍ਰਸ਼ਨ ਹੈ ਰਾਜਨੀਤਿਕ ਪ੍ਰਣਾਲੀ ਦੇ ਨਿਕਾਸ ਕਾਰਜ ਕਿਹੜੇ ਕਿਹੜੇ ਹਨ। ਤੇ ਉੱਤਰ ਹੈ ਕਾਨੂੰਨ ਦਾ ਨਿਰਮਾਣ ਕਰਨਾ, ਕਾਨੂੰਨ ਅਨੁਸਾਰ ਨਿਆਂ ਕਰਨਾ ਅਤੇ ਕਾਨੂੰਨ ਨੂੰ ਲਾਗੂ ਕਰਨਾ। ਇਹ ਰਾਜਨੀਤਿਕ ਪ੍ਰਣਾਲੀ ਦੇ ਨਿਕਾਸ ਕਾਰਜ ਹਨ। ਤੇ ਲਾਸਟ ਪ੍ਰਸ਼ਨ ਹੈ ਇਸ ਸੀਰੀਜ਼ ਦਾ ਹਿਤ ਸਪਸ਼ਟੀਕਰਨ ਕੀ ਹੁੰਦਾ ਹੈ। ਉੱਤਰ ਹੈ ਹਿਤ ਸਪਸ਼ਟੀਕਰਨ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਲੋਕ ਆਪਣੇ ਉਦੇਸ਼, ਮੰਗ ਅਤੇ ਹਿੱਤਾਂ ਨੂੰ ਨੀਤੀ ਨਿਰਮਾਤਾਵਾਂ ਸਾਹਮਣੇ ਪੇਸ਼ ਕਰਦੇ ਹਨ ਅਤੇ ਮੰਗਾਂ ਨੂੰ ਇਸ ਤਰ੍ਹਾਂ ਨੀਤੀ ਘਾੜਿਆਂ ਕੋਲ ਪੇਸ਼ ਕਰਨ ਨੂੰ ਹਿਤ ਸਪਸ਼ਟੀਕਰਨ ਕਿਹਾ ਜਾਂਦਾ ਹੈ। ਤੇ ਉਮੀਦ ਹੈ ਕਿ ਵੀ ਇਹ ਸਾਰੇ ਪ੍ਰਸ਼ਨ ਤੁਹਾਨੂੰ ਕਲੀਅਰ ਹੈ। ਠੀਕ ਹੈ, ਮਿਲਦੇ ਹਾਂ ਅਗਲੀ ਵੀਡੀਓ 'ਚ। ਥੈਂਕ ਯੂ, ਗੋਡ ਬਲੈਸ ਯੂ, ਟੇਕ ਕੇਅਰ।